देखो जी, हर एक तरह की मन्नत पूरी होंगी है इत्थे। जिद्दां किसी ने बाहर जाना होवे जां बच्चे वास्ते मन्नत मंगते ने, है ना। हर एक तरह की सुखना पूरी होंगी है। बाहर का तो पक्का ही है जी 100%। गल करिए मानसिक रोगियों की, मानसिक रोगी इत्थे 100% ठीक होंगे ने। वो इत्थे ड्रामा करते सी जिद्दां बजुर्ग दसदे ने। उन्होंने कहा कि मैं कि गप्पियां, सारा पिंड गप्पियां दा, ये गप्प मारते हैं भी ये भूतां वाला खूह इत्थों का जी, जल इदां दा फलाना। तो ओहदी जिहड़ा उन्हें एक जा इत्थे थुक्किया भी सी, है ना। मंदे भागे ਜਿਹੜੇ शब्द बोले सी, हंकार बस हो के उन्होंने मंद भागे शब्द बोले सी, जिन्हां दा कि उन्होंने नतीजा पैर दर पैर उत्थे ही मिले। तली ते सरों जमाई गई है, ਉਹਨੂੰ ਚੱਕ ਕੇ ਏਡੀ ਦੂਰ ਮਾਰਿਆ ਸੀ ਕਿ ਬਜ਼ੁਰਗ ਉੱਥੋਂ ਦੇ ਹੁਣ ਖੁਦ ਦੱਸਦੇ ਨੇ ਇੱਥੇ ਉਹ ਹਲੇ ਵੀ ਜਿਉਂਦਾ, ਉਹ ਹਲੇ ਵੀ ਹੈਗੇ ਇੱਥੇ ਜੀ ਹੈਗੇ ਨੇ। ਉਹ ਆ ਪਿੱਛੇ 18 19 20 ਫਰਵਰੀ ਦਾ ਮੇਲਾ ਹੋਇਆ, ਉਹ ਆਉਂਦੇ ਹੁੰਦੇ ਆ ਤੇ ਇੱਥੇ ਆ ਕੇ ਦੱਸਦੇ ਨੇ ਵੀ ਮੇਰੇ ਤੋਂ ਗਲਤੀ ਹੋਈ ਸੀ, ਮੈਂ ਭੋਗੀ ਆ। ਉਹਨਾਂ ਨੂੰ ਸਜ਼ਾ ਮਿਲੀ ਸੀ, ਉਹਨਾਂ ਦੀ ਚਮੜੀ ਦੀ ਪਰਤ ਲੈਣ ਲੱਗ ਗਈ ਸੀ। ਫਿਰ ਉਹ ਆਪਦੇ ਪਰਿਵਾਰ ਸਮੇਤ ਇੱਥੇ ਆਏ ਸੀਗੇ ਤੇ ਜਿਹੜਾ ਥੁੱਕਿਆ ਸੀ ਉਹ ਚੱਟਿਆ ਸੀ, ਫਿਰ ਠੀਕ ਹੋਏ ਸੀ। ਤਾਂ ਵੀ देखो एक इंसान दे बस नहीं हुंदा भी एडी दूरों लिआंदा जावे चूना पत्थर ते इन्नी जल्दी खूह तैयार। ਤੁਹਾਡਾ ਕਹਿਣਾ ਕਿ ਜਿਹੜਾ ਲਾਹੌਰ ਤੋਂ ਪੱਥਰ ਆਇਆ ਹੋਇਆ ਸੀਗਾ ਉਹਦਾ ਖੂਹ ਬਣਿਆ ਇਹ? हाँ जी, लाहौर तो चूना पत्थर ते इट्टां आईआं सीगीआं। दीवान रामू शाह जी ने कहा सी कि असीं तुहानूं जिन्ना तां चूना पत्थर चाहिदा होया, इट्टां चाहिदियां होईआं उसने ते निशान लगा के रख देवांगे, तुसीं लिआउण वाले बनो, अपने सेवकां नूं भेजो। तां भाई भगता जी ने अपने गुप्त सेवकां नूं अधिकतम शक्तियां जो कि जैन वगैरह होए सीगे, है ना, उन्हां नूं हुक्म कीता जैन दी सेना नूं ते उन्हां ने रातों रात खूह लगवाया सी। पर गुरु गोबिंद सिंह जी ने आपदे खालसे नूं मॉडर्न बनाया। 40 ਬੰਦਿਆਂ ਨੂੰ ਜੀਨ ਪਾ ਕੇ ਖੜਾ ਦਿਓ, ਪਰ ਇੱਕ ਇਕੱਲੇ ਖਾਲਸੇ ਨੂੰ ਚੰਗੀ ਤਰ੍ਹਾਂ ਸਜਾ ਕੇ ਖੜਾਓਗੇ ਨਾ ਤੇ ਸਭ ਨਾਲੋਂ ਵੱਧ ਸੋਹਣਾ ਲੱਗਣਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜੁੜਿਓ ਸ਼ਬਦ ਚੈਨਲ ਦੇ ਨਾਲ ਤੇ ਮੈਂ ਹਾਂ ਰੇਨੂ। ਅਸੀਂ ਅੱਜ ਪਹੁੰਚੇ ਹਾਂ ਪਿੰਡ ਭਗਤਾ ਭਾਈ ਕਾ, ਜ਼ਿਲ੍ਹਾ ਬਠਿੰਡਾ, ਜਿੱਥੇ ਕਿ ਪੁਰਾਤਨ ਇਤਿਹਾਸਿਕ ਭੂਤਾਂ ਵਾਲਾ ਖੂਹ ਹੈ। ਤੁਹਾਨੂੰ ਅੱਜ ਦਰਸ਼ਨ ਕਰਵਾਵਾਂਗੇ ਭੂਤਾਂ ਵਾਲੇ ਖੂਹ ਦੇ ਅਤੇ ਗੱਲਬਾਤ ਕਰਾਂਗੇ ਇੱਥੋਂ ਦੇ ਮੁੱਖ ਸੇਵਾਦਾਰ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਦੀਪ ਸਿੰਘ ਜੀ। ਵੀਰ ਜੀ, ਇੱਥੋਂ ਦੇ ਕਿਹਾ ਜਾਂਦਾ ਇੱਥੇ ਇੱਕ ਇਤਿਹਾਸਿਕ ਖੂਹ ਆ, ਜਿਹੜਾ ਕੀ ਇਤਿਹਾਸ ਹੈ ਇਹਦਾ, ਕੀ ਰਹੱਸ ਹੈਗਾ? ਇਹ ਦੇਖੋ ਜੀ, ਜੋ ਖੂਹ ਬਣਾਇਆ ਗਿਆ ਆ ਭਾਈ ਬਹਿਲੋ ਜੀ ਦੇ ਪੋਤਰੇ ਭਾਈ ਭਗਤਾ ਜੀ ਵੱਲੋਂ ਲਗਵਾਇਆ ਗਿਆ ਸੀਗਾ। ਭਾਈ ਬਹਿਲੋ ਜੀ ਸੀ ਜੋ ਮਾਨਸਾ ਜ਼ਿਲ੍ਹਾ ਦੇ ਨਿਵਾਸੀ ਸੀ। ਭਾਈ ਫਫੜੇ ਕੇ ਪਿੰਡ ਸੀ ਉਹਨਾਂ ਦਾ, ਠੀਕ ਹੈ। ਤੇ ਉਹਨਾਂ ਦੇ ਪੁੱਤਰ ਸੀ ਭਾਈ ਨਾਨੂ ਜੀ। ਅੱਗੇ ਉਹਨਾਂ ਦੇ ਪੁੱਤਰ ਹੋਏ ਨੇ ਭਾਈ ਭਗਤਾ ਜੀ। ਭਾਈ ਭਗਤਾ ਜੀ ਜੋ ਜਵਾਨ ਏਜ ਦੇ ਵਿੱਚ ਆਏ, ਜੰਗ ਏਜ ਹੋਈ ਉਹਨਾਂ ਦੀ, ਤਾਂ ਉਹ ਇੱਥੇ ਆ ਕੇ ਉਹਨਾਂ ਨੇ ਇੱਕ ਪਿੰਡ ਵਸਾਇਆ ਸੀ ਮੂੜੀ ਕੱਢ ਕੇ, ਜਿਸ ਨੂੰ ਭਗਤਾ ਭਾਈ ਕਾ ਵੱਜਿਆ, ਜੋ ਕਿ ਪਿੰਡ ਬਾਅਦ ਦੇ ਵਿੱਚ। ਜੇ ਹੁਣ ਇੱਥੋਂ ਦੀ ਗੱਲ ਕਰੀਏ ਵੀ ਇਸ ਖੂਹ ਨੂੰ ਭੂਤਾਂ ਵਾਲਾ ਖੂਹ ਕਿਉਂ ਕਿਹਾ ਜਾਂਦਾ, ਤਾਂ ਜੋ ਭਾਈ ਬਹਿਲੋ ਜੀ ਸੀਗੇ ਉਹ ਸੇਵਾ ਕਰਦੇ ਹੁੰਦੇ ਸੀ ਅੰਮ੍ਰਿਤਸਰ ਵਿਖੇ ਸਰੋਵਰ ਦੀ, ਜਿਹਦੇ ਪਟਾਈ ਹੋ ਰਹੀ ਸੀ ਉਸ ਟਾਈਮ, ਤੇ ਨਾਲ ਨਾਲ ਚਨਾਈ ਦਾ ਕੰਮ ਚੱਲਦਾ ਸੀਗਾ। ਤਾਂ ਉਹ ਸੇਵਾ ਕਰਦੇ ਸੀਗੇ ਵੀ ਆਵੇ ਬਾਲਣ ਦੀ। ਆਵੇ ਸਮਝਦੇ ਹੋ ਵੀ ਜਿਹਦੇ ਵਿੱਚ ਇੱਟਾਂ ਪਕਾਈਆਂ ਜਾਂਦੀਆਂ। ਤਾਂ ਉਹਨਾਂ ਨੇ ਇੱਕ ਵਿਦਵਾਨ ਘੁਮਿਆਰ ਤੋਂ ਪੁੱਛਿਆ ਕਿ ਆਵੇ ਦੀ ਇੱਟ ਕਿਸ ਤਰ੍ਹਾਂ ਪਕਾਈ ਜਾਵੇ। ਤਾਂ ਉਸ ਘੁਮਿਆਰ ਨੇ ਦੱਸਿਆ ਕਿ ਜਿੰਨਾ ਆਵੇ ਦੇ ਵਿੱਚ ਕੂੜਾ ਕਰਕਟ ਸਿੱਟਿਆ ਜਾਵੇਗਾ ਓਨੀ ਵਧੀਆ ਇੱਟ ਆਵੇਗੀ। ਤਾਂ ਭਾਈ ਸਾਹਿਬ ਜੀ ਨੇ ਪਿੰਡ ਦੇ ਵਿੱਚੋਂ ਕੂੜਾ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਆਵੇ ਵਿੱਚ ਸੁੱਟਣਾ ਦਾ ਕੰਮ ਸ਼ੁਰੂ ਕੀਤਾ। ਇਹਦੇ ਨਾਲ ਦੋ ਕੰਮ ਹੋਏ, ਇੱਕ ਤਾਂ ਪਿੰਡ ਦੀ ਸਫਾਈ ਹੋਈ, ਦੂਜਾ ਕਿ ਆਵੇ ਦੀ ਇੱਟ ਵਧੀਆ ਹੋਈ। ਜਦੋਂ ਆਵੇ ਖੋਲ੍ਹੇ ਗਏ ਤਾਂ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਇੱਕ ਵਰਦਾਨ ਦਿੱਤਾ ਸੀਗਾ, ਵਰ ਦਿੱਤਾ ਸੀ, ਭਾਈ ਬਹਿਲੋ ਸਭ ਤੋਂ ਪਹਿਲੋ ਜੀ। ਇੱਕ ਦਿਨ ਕੀ ਹੋਇਆ ਕਿ ਦੀਵਾਨ ਲੱਗੇ ਹੋਏ ਸੀਗੇ, ਲੰਗਰ ਦਾ ਰਸੋਈਆ ਆਇਆ, ਬੋਲੇ ਵੀ ਮਹਾਰਾਜ ਜੀ ਅੱਜ ਆਟੇ ਦੀ ਕਮੀ ਹੈ। ਤਾਂ ਗੁਰੂ ਜੀ ਫਰਮਾਏ ਕਿ ਦੱਸੋ ਭਾਈ ਅੱਜ ਆਟੇ ਦੀ ਸੇਵਾ ਕੌਣ ਕਰੇਗਾ। ਤਾਂ ਭਾਈ ਬਹਿਲੋ ਜੀ ਉੱਠ ਖੜ੍ਹੇ ਹੋਏ ਅਤੇ ਉਹਨਾਂ ਨੇ ਕਿਹਾ ਵੀ ਅੱਜ ਦੀ ਸੇਵਾ ਦਾਸ ਨੂੰ ਬਖਸ਼ੀ ਜਾਵੇ। ਗੁਰੂ ਜੀ ਭਾਈ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਇੱਕ ਵਰਦਾਨ ਉਹਨਾਂ ਨੂੰ ਹੋਰ ਦਿੱਤਾ ਅਤੇ ਇੱਕ ਚਾਦਰ ਮੰਗਵਾਈ। ਕਹਿੰਦੇ ਵੀ ਚਾਦਰ ਲਿਆਂਦੀ ਜਾਵੇ ਅਤੇ ਉਹਦੇ ਵਿੱਚ ਅਧਿਕਤਮ ਸ਼ਕਤੀਆਂ ਜਿਨ੍ਹਾਂ ਨੂੰ ਆਪਾਂ ਦੇਖ ਨਹੀਂ ਸਕਦੇ, ਮੰਨ ਕੇ ਕਿ ਭੂਤ ਪ੍ਰੇਤ, 4 ਕੁੱਟਾਂ ਦੇ ਭੂਤ ਪ੍ਰੇਤ ਉਹਨਾਂ ਦੇ ਵੱਸ ਕਰ ਦਿੱਤੇ। ਹੋਇਆ ਕਿ ਜਦੋਂ ਗੁਰੂ ਜੀ ਨੇ ਕਿਹਾ ਵੀ ਇਸ ਨੂੰ ਗੰਢ ਦਿੱਤਾ ਜਾਵੇ, ਹੁਣ ਇੱਕ ਬੰਦੇ ਦੇ ਵੱਸ ਨਹੀਂ ਹੁੰਦਾ ਵੀ ਇੱਕ ਚਾਦਰ ਨੂੰ ਗੰਢ ਦੇਣਾ। ਜਦੋਂ ਬਾਬਾ ਜੀ ਭਾਈ ਬਹਿਲੋ ਜੀ ਗੰਢ ਦੇ ਰਹੇ ਸੀ ਤਾਂ ਉਹ ਇੱਕ ਲੜ ਛੁੱਟ ਗਿਆ ਉਹਨਾਂ ਤੋਂ, ਜਿਸ ਨਾਲ ਉਹਨਾਂ ਦੇ ਵੱਸ ਦੇ ਵਿੱਚ 3 ਫੁੱਟਾਂ ਦੇ ਭੂਤ ਪ੍ਰੇਤ ਆ ਗਏ। ਤਾਂ ਇਹ ਖੂਹ ਕਿੱਦਾਂ ਬਣਿਆ ਜੇ ਆਪਾਂ ਗੱਲ ਕਰੀਏ ਤਾਂ ਜਦੋਂ ਭਾਈ ਭਗਤਾ ਜੀ ਇੱਥੇ ਆਏ ਤਾਂ ਇੱਕ ਲਾਹੌਰ ਦਾ ਦੀਵਾਨ ਸੀ ਰਾਮੂ ਸ਼ਾਹ, ਜਿਨ੍ਹਾਂ ਦੀ ਕਿ ਪੁੱਤਰੀ ਬਹੁਤ ਜ਼ਿਆਦਾ ਬਿਮਾਰ ਸੀ। ਉਹਨਾਂ ਦਾ ਕਹਿਣਾ ਸੀ ਕਿ ਸਾਡੀ ਪੁੱਤਰੀ ਨੂੰ ਜਨ ਚੁੰਬੜਿਆ ਹੋਇਆ, ਅਤੇ ਉਹਨਾਂ ਨੇ ਉਹ ਭਾਈ ਜੀ ਦੀ ਖਿਦਮਤ ਤੋਂ ਜਾਣੂ ਸੀਗੇ। ਤਾਂ ਉਹ ਭਾਈ ਜੀ ਕੋਲ ਪਹੁੰਚੇ, ਭਾਈ ਭਗਤਾ ਜੀ ਦੇ ਪਾਸ। ਤਾਂ ਉਹਨਾਂ ਨੇ
ਭਾਈ ਭਗਤਾ ਜੀ ਨੂੰ ਅਰਦਾਸ ਕਰਨ ਲਈ ਕਿਹਾ ਤੇ ਭਾਈ ਭਗਤਾ ਜੀ ਦੀ ਅਰਦਾਸ ਸਦਕਾ ਉਹਨਾਂ ਦੀ ਪੁੱਤਰੀ ਬਿਲਕੁਲ ਠੀਕ ਹੋ ਗਈ। ਤਾਂ ਉਹਨਾਂ ਨੇ ਕਿਹਾ, ਦੀਵਾਨ ਰਾਮੂ ਸ਼ਾਹ ਜੀ ਨੇ, ਵੀ ਦੱਸੋ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ। ਤਾਂ ਭਾਈ ਭਗਤਾ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਇੱਕੋ ਇੱਕ ਕਮੀ ਹੈ ਮਾਲਵੇ ਦੇ, ਉਦੋਂ ਸਭ ਤੋਂ ਵੱਡੀ ਕਮੀ ਹੁੰਦੀ ਸੀ ਪਾਣੀ ਦੀ ਕਮੀ। ਉਹਨੇ ਕਿਹਾ ਵੀ ਸਾਨੂੰ ਖੂਹ ਲਗਵਾ ਦਿੱਤਾ ਜਾਵੇ। ਹੁਣ ਲਾਹੌਰ ਤੋਂ ਇੱਥੋਂ ਤੱਕ ਇੱਟਾਂ ਚੂਨਾ ਪੱਥਰ ਲਿਆਉਣਾ ਕੋਈ ਮਾੜੀ ਮੋਟੀ ਗੱਲ ਨਹੀਂ ਸੀਗੀ ਵੀ ਐਡੀ ਜਲਦੀ ਆ ਸਕੇ ਤੇ ਬਣ ਸਕੇ। ਤਾਂ ਗੁਰੂ ਜੀ ਭਾਈ ਭਗਤਾ ਜੀ ਨੇ ਜੈਨ ਦੀ ਸੈਨਾ ਨੂੰ ਹੁਕਮ ਕੀਤਾ ਸੀ ਤਾਂ ਉਹਨਾਂ ਨੇ ਇੱਥੇ ਖੂਹ ਲਾਇਆ। ਹੁਣ ਇੱਥੇ ਗੱਲ ਕਰਦੇ ਹਾਂ ਵੀ ਜੈਨ ਦੀ ਸੈਨਾ ਨੇ ਕਿਉਂ ਕੰਮ ਕੀਤਾ। ਤਾਂ ਜਦੋਂ ਖੂਹ ਲੱਗਿਆ ਨਾ, ਖੂਹ ਦੇ ਲੱਗਣ ਤੋਂ ਬਾਅਦ 10ਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਪਹੁੰਚੇ ਸੀ। ਇੱਥੇ ਪਿੱਪਲ ਦੇ ਦਰਖਤ ਹੇਠਾਂ ਬੈਠ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਿਆ ਸੀ ਅਤੇ ਭਾਈ ਭਗਤਾ ਜੀ ਦੇ ਘਰ ਠਹਿਰੇ ਸੀ, 3 ਦਿਨ ਠਹਿਰੇ ਸੀ। ਜਦੋਂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚੇ ਤਾਂ ਉਹਨਾਂ ਨੇ ਪੁੱਛਿਆ ਕਿ ਦੱਸੋ ਭਾਈ, ਸੰਗਤ ਨੂੰ ਪੁੱਛਿਆ ਕਿ ਇਹ ਖੂਹ ਕਿਸ ਦਾ ਹੈ। ਤਾਂ ਸੰਗਤ ਦੇ ਦੱਸਣ 'ਤੇ ਗੁਰੂ ਜੀ ਫਰਮਾਏ ਸੀ ਕਿ ਦਮ ਲੱਗਣ ਪਾਤਸ਼ਾਹਾਂ ਕੇ ਸੂਬਨ ਗਰਾਂ ਕਾ ਨਾਉ, ਜਿਸ ਦਾ ਅਰਥ ਸੀ ਕਿ ਜਿਹੜੀ ਮਿਹਨਤ ਲੱਗੀ ਆ ਉਹ ਜੈਨ ਦੀ ਸੈਨਾ ਦੀ ਲੱਗੀ ਆ, ਜਿਹੜਾ ਪੈਸਾ ਲੱਗਿਆ ਹੈ ਨਾ ਉਹ ਜਿਹੜਾ ਲੱਗਿਆ ਦੀਵਾਨ ਰਾਮੂ ਸ਼ਾਹ ਦਾ ਲੱਗਿਆ। ਇਸ ਤੋਂ ਜਾਣੂ ਹੋ ਕੇ ਜਦੋਂ ਉਹਨਾਂ ਦੇ 5 ਪੁੱਤਰਾਂ ਨੂੰ ਅਤੇ ਮਤਲਬ ਭਾਈ ਭਗਤਾ ਜੀ ਦੇ 2 ਵਿਆਹ ਹੋਏ ਸੀ, ਇੱਕ ਮਾਈ ਰੱਜੀ ਤੇ ਇੱਕ ਮਾਈ ਕੌਰਾਂ ਸੀਗੇ ਤੇ ਉਹਨਾਂ ਦੇ ਅੱਗੇ 5 ਪੁੱਤਰ ਸੀ, ਭਾਈ ਤਾਰਾ ਜੀ, ਭਾਈ ਭਾਰਾ ਜੀ, ਭਾਈ ਮਹਿਰਾ ਜੀ, ਭਾਈ ਗੁਰਦਾਸ ਜੀ ਤੇ ਭਾਈ ਬਖਤਾ ਜੀ। ਉਹਨਾਂ ਨੇ ਗੁਰੂ ਜੀ ਦੀ ਅਪਾਰ ਸੇਵਾ ਕਰੀ। ਉਹਨਾਂ ਨੇ ਤਨੋਂ ਮਨੋਂ ਲਾ ਕੇ ਗੁਰੂ ਜੀ ਦੀ ਸੇਵਾ ਕਰੀ ਤੇ ਇੱਕ ਚਾਂਦੀ ਦੀ ਕਾਠੀ ਚੜ੍ਹਾ ਕੇ ਘੋੜਾ ਭੇਂਟ ਕੀਤਾ। ਉਹਨਾਂ ਨੇ ਕਿਹਾ ਕਿ ਗੁਰੂ ਜੀ ਅਸੀਂ ਸਾਡੇ ਜਿਹੜਾ ਤਨ ਮਨ ਸਾਨੂੰ ਸਾਹ ਬਖਸ਼ੇ ਗਏ ਆ, ਸਵਾਸ ਬਖਸ਼ੇ ਤੁਹਾਡੇ ਬਖਸ਼ੇ ਹੋਏ ਆ, ਅਸੀਂ ਤੁਹਾਡੇ ਦੇਣਦਾਰ ਹਾਂ ਤੇ ਸਾਡਾ ਇੰਨੀ ਕੁ ਸੇਵਾ ਕਬੂਲ ਕਰਿਓ। ਫਿਰ ਜਦੋਂ 3 ਦਿਨ ਗੁਰੂ ਸਾਹਿਬ ਜੀ ਉਹਨਾਂ ਦੇ ਘਰ ਠਹਿਰੇ ਸੀਗੇ ਤਾਂ ਗੁਰੂ ਜੀ ਦੇ ਰਾਤ ਨੂੰ ਸੁਪਨੇ ਦੇ ਵਿੱਚ ਮਤਲਬ ਜਿਹੜੇ ਭੂਤ ਪ੍ਰੇਤ ਸੀ ਜੈਨ ਆਏ, ਉਹਨਾਂ ਨੇ ਗੁਰੂ ਜੀ ਤੋਂ ਆਪਦੀ ਰਿਹਾਈ ਮੰਗੀ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਪੀੜ੍ਹੀ ਦਰ ਪੀੜ੍ਹੀ ਕਈ ਸਾਲਾਂ ਤੋਂ ਇਹਨਾਂ ਦੇ ਮਤਲਬ ਕੈਦ ਦੇ ਵਿੱਚ ਆ ਤੇ ਸਾਨੂੰ ਰਿਹਾ ਕੀਤਾ ਜਾਵੇ। ਗੁਰੂ ਜੀ ਨੇ ਉਹਨਾਂ ਨੂੰ ਵਾਅਦਾ ਕਰਕੇ ਉਹਨਾਂ ਦੀ ਰਿਹਾਈ ਕਰਵਾ ਦਿੱਤੀ ਤੇ ਉਹਨਾਂ ਨੇ ਕਿਹਾ ਵੀ ਜਦੋਂ ਵੀ ਸਾਡੇ ਲਾਇਕ ਕੋਈ ਸੇਵਾ ਹੋਊਗੀ ਅਸੀਂ ਖੜਾਂਗੇ। ਤਾਂ ਜਦੋਂ ਦੇਖਿਆ ਭਾਈ ਭਗਤਾ ਜੀ ਨੇ ਦੇਖਿਆ ਵੀ ਹੁਣ ਮੈਨੂੰ ਉਹਨਾਂ ਦੀ ਲੋੜ ਹੈਗੀ, ਤਾਂ ਵੀ ਦੇਖੋ ਇੱਕ ਇਨਸਾਨ ਦੇ ਬਸ ਨਹੀਂ ਹੁੰਦਾ ਵੀ ਏਡੀ ਦੂਰੋਂ ਲਿਆਂਦਾ ਜਾਵੇ ਚੂਨਾ ਪੱਥਰ ਤੇ ਇੰਨੀ ਜਲਦੀ ਖੂਹ ਤਿਆਰ। ਤੁਹਾਡਾ ਕਹਿਣਾ ਕਿ ਜਿਹੜਾ ਲਾਹੌਰ ਤੋਂ ਪੱਥਰ ਆਇਆ ਹੋਇਆ ਸੀਗਾ ਉਹਦਾ ਖੂਹ ਬਣਿਆ ਇਹ? ਹਾਂਜੀ, ਲਾਹੌਰ ਤੋਂ ਚੂਨਾ ਪੱਥਰ ਤੇ ਇੱਟਾਂ ਆਈਆਂ ਸੀਗੀਆਂ। ਦੀਵਾਨ ਰਾਮੂ ਸ਼ਾਹ ਜੀ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਜਿੰਨਾ ਤਾਂ ਚੂਨਾ ਪੱਥਰ ਚਾਹੀਦਾ ਹੋਇਆ, ਇੱਟਾਂ ਚਾਹੀਦੀਆਂ ਹੋਈਆਂ ਉਸਨੇ ਤੇ ਨਿਸ਼ਾਨ ਲਗਾ ਕੇ ਰੱਖ ਦੇਵਾਂਗੇ, ਤੁਸੀਂ ਲਿਆਉਣ ਵਾਲੇ ਬਣੋ, ਆਪਣੇ ਸੇਵਕਾਂ ਨੂੰ ਭੇਜੋ। ਤਾਂ ਭਾਈ ਭਗਤਾ ਜੀ ਨੇ ਆਪਣੇ ਗੁਪਤ ਸੇਵਕਾਂ ਨੂੰ ਅਧਿਕਤਮ ਸ਼ਕਤੀਆਂ ਜੋ ਕਿ ਜੈਨ ਵਗੈਰਾ ਹੋਏ ਸੀਗੇ ਹੈ ਨਾ, ਉਹਨਾਂ ਨੂੰ ਹੁਕਮ ਕੀਤਾ ਜੈਨ ਦੀ ਸੈਨਾ ਨੂੰ ਤੇ ਉਹਨਾਂ ਨੇ ਰਾਤੋਂ ਰਾਤ ਖੂਹ ਲਗਵਾਇਆ ਸੀ। ਤੇ ਕਿਹੜੇ ਸੰਨ ਵਿੱਚ ਬਾਬਾ ਜੀ ਇੱਥੇ ਆਏ ਸੀ? ਸਮੰਤ 1761 ਦੇ ਵਿੱਚ ਲੱਗਿਆ ਜੀ। ਹਾਂਜੀ, ਜੇ ਸੰਨ ਦੀ ਗੱਲ ਕਰੀਏ ਤਾਂ 1704 ਸੀ, ਜੇ ਸਮੰਤ ਗੱਲ ਕਰੀਏ ਤਾਂ 1761 ਸੀ। ਜੇ ਵੀਰ ਜੀ ਦੇਖਿਆ ਜਾਂਦਾ ਕਿ ਇੱਥੇ ਆ ਸਿਰਸ ਬੰਨਿਆ ਹੋਇਆ, ਇਹਦਾ ਕੀ? ਇਹ ਦੇਖੋ ਜੀ, ਹਰ ਇੱਕ ਤਰ੍ਹਾਂ ਦੀ ਮੰਨਤਾ ਪੂਰੀ ਹੁੰਦੀ ਹੈ ਇੱਥੇ। ਜਿੱਦਾਂ ਕਿਸੇ ਨੇ ਬਾਹਰ ਜਾਣਾ ਹੋਵੇ ਜਾਂ ਬੱਚੇ ਵਾਸਤੇ ਮੰਨਤ ਮੰਗਦੇ ਨੇ ਹੈ ਨਾ, ਹਰ ਇੱਕ ਤਰ੍ਹਾਂ ਦੀ ਸੁੱਖਣਾ ਪੂਰੀ ਹੁੰਦੀ ਹੈ। ਬਾਕੀ ਜੇ ਗੱਲ ਕਰੀਏ ਮਾਨਸਿਕ ਰੋਗੀਆਂ ਦੀ, ਮਾਨਸਿਕ ਰੋਗੀ ਇੱਥੇ 100% ਠੀਕ ਹੁੰਦੇ ਨੇ ਇਸ਼ਨਾਨ ਕਰਨ ਦੇ ਨਾਲ, ਜਿਨ੍ਹਾਂ ਦੇ ਕਈ ਸਬੂਤ ਵੀ ਮਿਲਦੇ ਨੇ। ਸਰੋਵਰ ਬਣਿਆ ਹੋਇਆ ਅੰਦਰ ਇਸ਼ਨਾਨ ਕਰਨ ਦੀ? ਇਸ਼ਨਾਨ ਘਰ ਬਣਿਆ ਹੋਇਆ, ਇੱਕ ਇਸ਼ਨਾਨ ਘਰ ਬਣਵਾਇਆ ਗਿਆ ਹੈ, ਸਰੋਵਰ ਨਹੀਂ ਹੈ। ਇਸ਼ਨਾਨ ਘਰ ਬਣਵਾਇਆ ਗਿਆ ਜੋ ਕਿ ਤੁਹਾਨੂੰ ਦਿਖਾ ਦਾਂਗੇ ਬਾਅਦ ਦੇ ਵਿੱਚ। ਇਸ਼ਨਾਨ ਘਰ ਬਣਿਆ ਹੋਇਆ। ਤੁਹਾਡਾ ਕਹਿਣਾ ਹੈ ਕਿ ਇੱਥੇ ਕੋਈ ਵੀ ਮੁਰਾਦ ਆਪਣੀ ਪੂਰੀ ਹੁੰਦੀ ਹੈ? ਹਾਂਜੀ, ਹਰ ਇੱਕ ਤਰ੍ਹਾਂ ਦੀ ਮੁਰਾਦ ਪੂਰੀ ਹੁੰਦੀ ਹੈ, ਜੋ ਵੀ ਸੁੱਖ ਉਹੀ ਮੁਰਾਦ ਪੂਰੀ ਹੁੰਦੀ। ਤੇ ਜਿਹੜੇ ਆਸੇ-ਪਾਸੇ ਪੋਸਟਰ ਲੱਗੇ ਹੋਏ ਆ ਤੇ ਇਹਨਾਂ ਦਾ ਕੀ ਇਹ ਕਮੇਟੀ ਵੱਲੋਂ ਬਣਵਾਏ ਆ ਮਤਲਬ ਇੱਧਰ? ਹਾਂਜੀ, ਇਹ ਕੋਈ ਪਹਿਲਾਂ ਤੋਂ ਨਹੀਂ ਸੀਗੇ, ਇਹ ਬਾਅਦ ਦੇ ਵਿੱਚ ਬਣਵਾਏ ਗਏ ਆ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਸਿੱਖ ਇਤਿਹਾਸ ਕਿੱਦਾਂ ਦਾ। ਜੇ ਹੁਣ ਗੱਲ ਕਰੀਏ ਵੀ ਲੋਕ ਬਥੇਰੇ ਕਹਿੰਦੇ ਆ ਵੀ ਇਹ ਭੂਤਾਂ ਨਹੀਂ ਹੁੰਦੀਆਂ ਜੀ, ਇੱਦਾਂ ਨਹੀਂ ਹੁੰਦਾ, ਇਹਦੇ ਆਪਾਂ ਨੂੰ ਸਬੂਤ ਮਿਲਦੇ ਨੇ। ਇੱਕ ਇਤਿਹਾਸਿਕ ਗੱਲ ਹੈ ਇਹ ਜੋ ਕਿ ਪੁਰਾਤਨ ਪੋਥੀਆਂ ਦੇ ਵਿੱਚ ਇਤਿਹਾਸ ਹੈਗਾ ਲਿਖਿਆ, ਦਰਜ ਇਤਿਹਾਸ ਦਰਜ ਹੈ, ਠੀਕ ਹੈ ਨਾ, ਪੁਰਾਤਨ ਪੋਥੀਆਂ ਦੇ ਵਿੱਚ। ਇਸ ਤਰ੍ਹਾਂ ਅਸੀਂ ਨਹੀਂ ਕਹਿ ਸਕਦੇ ਵੀ ਇਹ ਇੱਕ ਮਨਘੜਤ ਕਹਾਣੀ ਹੈ ਜਾਂ ਇੱਦਾਂ ਕੁਛ ਵੀ, ਕਿਉਂਕਿ 10ਵੇਂ ਪਿਤਾ ਜੀ ਖੁਦ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਦੀ ਮਿਹਰ ਸਦਕਾ ਇਹ ਖੂਹ ਲੱਗਿਆ ਸੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਇਸ ਬਾਰੇ? ਵੀ ਜਿਵੇਂ ਕਹਿ ਦਿੰਦੇ ਆ ਵੀ ਆਪਾਂ ਇਹ ਮਨਘੜਤ ਕਹਾਣੀ ਹੁੰਦੀ ਆ। ਦੇਖੋ ਜੀ, ਅਸੀਂ ਤੁਹਾਨੂੰ ਇਹ ਗੱਲ ਦੱਸਦੇ ਹਾਂ ਕਿ
ਫਰੀਦਕੋਟ ਦਾ ਇੱਕ ਨਿਵਾਸੀ ਹੋਇਆ ਬੂਟਾ ਸਿੰਘ, ਜੋ ਕਿ ਡਰਾਮੇ ਕਰਦੀ ਸੀ। ਦੇਖੋ ਜਿੰਨਾ ਚਿਰ ਡਰਾਮਿਆਂ ਦੇ ਵਿੱਚ ਗੱਪ ਨਾ ਹੋਣ ਤੇ ਉਹ ਡਰਾਮਾ ਫੱਬਦਾ ਨਹੀਂ ਆ। ਉਹਨੂੰ ਇਸ ਤਰ੍ਹਾਂ ਗੱਪ ਵੱਧ ਜ਼ਿਆਦਾ ਬੋਲਣ ਨਾਲ ਤੇ ਉਹਨਾਂ ਦੇ ਨਾਮ ਦੇ ਪਿੱਛੇ ਲੱਗਦਾ ਸੀ ਬੂਟਾ ਸਿੰਘ ਗੱਪੀ, ਜੋ ਕਿ ਹਲੇ ਵੀ ਜਿਉਂਦੇ ਜਾਗਦੇ ਨੇ। ਉਹ ਇੱਥੇ ਡਰਾਮਾ ਕਰਦੇ ਸੀ ਜਿੱਦਾਂ ਬਜ਼ੁਰਗ ਦੱਸਦੇ ਨੇ। ਉਹਨਾਂ ਨੇ ਕਿਹਾ ਕਿ ਮੈਂ ਕੀ ਗੱਪੀਆਂ, ਸਾਰਾ ਪਿੰਡ ਗੱਪੀਆਂ ਦਾ, ਇਹ ਗੱਪ ਮਾਰਦੇ ਨੇ ਵੀ ਇਹ ਭੂਤਾਂ ਵਾਲਾ ਖੂਹ ਹੈ ਇੱਥੋਂ ਦਾ ਜੀ, ਜਲ ਇੱਦਾਂ ਦਾ ਫਲਾਨਾ। ਤਾਂ ਉਹਦੀ ਜਿਹੜਾ ਉਹਨੇ ਇੱਕ ਇੱਥੇ ਥੁੱਕਿਆ ਵੀ ਸੀ ਹੈ ਨਾ, ਮੰਦੇ ਭਾਗੇ ਜਿਹੜੇ ਸ਼ਬਦ ਬੋਲੇ ਸੀ, ਹੰਕਾਰ ਵੱਸ ਹੋ ਕੇ ਉਹਨਾਂ ਨੇ ਮੰਦਭਾਗੇ ਸ਼ਬਦ ਬੋਲੇ ਸੀ, ਜਿਨ੍ਹਾਂ ਦਾ ਕਿ ਉਹਨੂੰ ਨਤੀਜਾ ਪੈਰ ਦਰ ਪੈਰ ਉੱਥੇ ਹੀ ਮਿਲਿਆ। ਤਲੀ ਤੇ ਸਰੋਂ ਜਮਾਈ ਗਈ ਹੈ। ਉਹਨੂੰ ਚੱਕ ਕੇ ਏਡੀ ਦੂਰ ਮਾਰਿਆ ਸੀ ਕਿ ਬਜ਼ੁਰਗ ਉੱਥੋਂ ਦੇ ਹੁਣ ਖੁਦ ਦੱਸਦੇ ਨੇ ਇੱਥੇ ਉਹ ਹਲੇ ਵੀ ਜਿਉਂਦਾ, ਉਹ ਹਲੇ ਵੀ ਹੈਗੇ ਇੱਥੇ। ਹਾਂਜੀ ਹੈਗੇ ਨੇ। ਉਹ ਆ ਪਿੱਛੇ 18 19 20 ਫਰਵਰੀ ਦਾ ਮੇਲਾ ਹੋਇਆ, ਉਹ ਆਉਂਦੇ ਹੁੰਦੇ ਆ ਤੇ ਇੱਥੇ ਆ ਕੇ ਦੱਸਦੇ ਨੇ ਵੀ ਮੇਰੇ ਤੋਂ ਗਲਤੀ ਹੋਈ ਸੀ, ਮੈਂ ਭੋਗੀ ਆ। ਉਹਨਾਂ ਨੂੰ ਸਜ਼ਾ ਮਿਲੀ ਸੀ, ਉਹਨਾਂ ਦੀ ਚਮੜੀ ਦੀ ਪਰਤ ਲੈਣ ਲੱਗ ਗਈ ਸੀ। ਫਿਰ ਉਹ ਆਪਦੇ ਪਰਿਵਾਰ ਸਮੇਤ ਇੱਥੇ ਆਏ ਸੀਗੇ ਤੇ ਜਿਹੜਾ ਥੁੱਕਿਆ ਸੀ ਉਹ ਚੱਟਿਆ ਸੀ, ਫਿਰ ਠੀਕ ਹੋਏ ਸੀ। ਜੇ ਆਪਾਂ ਗੱਲ ਕਰੀਏ ਵੀ ਇੱਥੇ ਜੇ ਕੋਈ ਸ਼ਰਧਾ ਨਾਲ ਆਉਂਦਾ ਤਾਂ ਉਹਦੀ ਹਰ ਇੱਕ ਤਰ੍ਹਾਂ ਦੀ ਮੰਨਤ ਪੂਰੀ। ਮੇਲਾ ਵੀ ਲੱਗਦਾ ਇੱਥੇ ਤੁਸੀਂ ਕਹਿ ਰਹੇ ਹੋ? 19 20 ਫਰਵਰੀ ਦਾ ਮੇਲਾ ਲੱਗਦਾ ਆ। ਜਿੱਦਾਂ ਹੁਣ ਸਾਰਾ ਪਿੰਡ ਰਲ ਕੇ ਆਪਦੇ ਮਤਲਬ ਬਜ਼ੁਰਗਾਂ ਦੀ ਇਸ ਨਿਸ਼ਾਨੀ ਨੂੰ ਸਾਂਭ ਰਹੇ ਆ, ਜਿੱਦਾਂ ਖੂਹ ਕਮੇਟੀ ਹੋ ਗਈ, ਸਤਿਕਾਰ ਕਮੇਟੀ ਹੋ ਗਈ, ਹੋਰ ਕਮੇਟੀਆਂ ਬਣੀਆਂ ਹੋਈਆਂ ਨੇ। ਹਰ ਇੱਕ ਤਰ੍ਹਾਂ ਦੀ ਸੰਗਤ ਆਉਂਦੀ ਹੈ, ਜਿੱਦਾਂ ਮਾਨਸਿਕ ਰੋਗੀ ਹੋ ਗਏ, ਊਂ ਰੋਗੀ ਆ ਜਾਂਦੇ ਆ, ਜਾਂ ਕਿਸੇ ਨੂੰ ਬੱਚਾ ਨਹੀਂ ਪੈਦਾ ਹੋ ਰਿਹਾ ਉਹ ਆ ਕੇ ਸੁੱਖ ਸੁੱਖਦੇ ਆ। ਜਿਨ੍ਹਾਂ ਨੇ ਬਾਹਰ ਜਾਣਾ, ਬਾਹਰ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਹਾਜ਼ ਚੜ੍ਹਾ ਕੇ ਜਾਂਦੇ, ਜਿਹੜੇ ਕੋਈ ਬਾਹਰ ਜਾਂਦੇ, ਬਾਹਰ ਦਾ ਤਾਂ ਪੱਕਾ ਹੀ ਹੈ ਜੀ 100%। ਜਿੱਦਾਂ ਹੁਣ ਲੋਕ ਕਹਿੰਦੇ ਆ ਕਿ ਇਹ ਭੂਤ ਪ੍ਰੇਤ ਕੁਝ ਨਹੀਂ ਹੁੰਦਾ, ਇਹ ਚੀਜ਼ਾਂ ਫੇਕ ਹੁੰਦੀ ਆ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਪਹਿਲਾਂ ਤਾਂ ਗੱਲ ਕਰੀਏ ਆਪਾਂ ਲੋਕਾਂ ਵੱਲੀ ਆ ਜਾਂਦੇ ਹਾਂ, ਸਾਇੰਸ ਦੀ ਗੱਲ ਕਰਦੇ ਹਾਂ ਤਾਂ ਸਾਇੰਸ ਨੇ ਸਿੱਧ ਕਰੀ ਹੈ ਇਹ ਗੱਲ, ਠੀਕ ਹੈ ਨਾ, ਵੀ ਬ੍ਰਹਿਮੰਡ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਸ਼ਕਤੀਆਂ ਪਾਈਆਂ ਜਾਂਦੀਆਂ ਜੋ ਕਿ ਸਮੇਂ ਦੇ ਨਾਲ ਨਾਲ ਰੂਪ ਬਦਲਦੀਆਂ ਨੇ। ਇਸ ਤਰ੍ਹਾਂ ਭੂਤ ਪ੍ਰੇਤ ਵੀ ਹੋ ਸਕਦੇ ਨੇ, ਜੋ ਕਿ ਸਾਇੰਟਿਸਟ ਨੇ ਕਿਹਾ, ਠੀਕ ਹੈ ਨਾ, ਵੀ ਭੂਤ ਪ੍ਰੇਤ ਹੋ ਸਕਦੇ ਨੇ, ਪਰ ਉਹ ਆਪਣੇ ਸਮੇਂ ਦੇ ਨਾਲ ਨਾਲ ਆਪਣਾ ਰੂਪ ਬਦਲਦੇ ਨੇ। ਬਾਕੀ ਗੱਲ ਕਰੀਏ, ਇਹ ਸਾਡੇ ਪੁਰਖਿਆਂ ਦੀ ਜਗ੍ਹਾ ਜਿਹਨੂੰ ਕਿ ਅਸੀਂ ਆਪਣੀ ਪਿਛੋਕੜ ਨਾਲ ਜੁੜੇ ਹੋਏ ਹਾਂ ਤੇ ਅਸੀਂ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ। ਬਾਕੀ ਜੇ ਕਿਸੇ ਨੂੰ ਨਹੀਂ ਯਕੀਨ ਤਾਂ ਉਹ ਉੱਦਾਂ ਦਾ ਦੇਖ ਸਕਦਾ ਜੀ ਆਪਣਾ, ਠੀਕ ਹੈ ਨਾ, ਇੱਥੇ ਆ ਕੇ ਇੱਕ ਵਾਰੀ ਦੇਖੇ ਤਾਂ ਆਪਣੇ ਆਪ ਉਸ ਨੂੰ ਯਕੀਨ ਹੋ ਹੀ ਜਾਣਾ ਜੀ। ਤੇ ਹੁਣ ਇਸ ਮਤਲਬ ਇਹਨੂੰ ਸੰਭਾਲ ਕੌਣ ਰਿਹਾ? ਕਿਹੜੀ ਸੁਸਾਇਟੀ ਵੱਲੋਂ ਇਹ ਸੰਭਾਲ ਰਹੇ ਹੋ ਤੁਸੀਂ, ਜਾਂ ਤੁਸੀਂ ਸੰਭਾਲ ਰਹੇ ਹੋ? ਦੇਖੋ ਜੀ, ਇਹ ਸਾਰਾ ਪਿੰਡ ਹੀ ਸੰਭਾਲ ਰਿਹਾ। ਮੈਂ ਕਹਾਂ ਮੈਂ ਇਕੱਲਾ ਨਹੀਂ ਸੰਭਾਲ ਰਿਹਾ, ਸਾਰੇ ਪਿੰਡ ਲੱਗ ਕੇ ਆਪਣੇ ਪੁਰਖਿਆਂ ਦੀ ਇਸ ਪਵਿੱਤਰ ਜਗ੍ਹਾ ਨੂੰ ਸੰਭਾਲ ਰਹੇ ਆ। ਜਿੱਦਾਂ ਖੂਹ ਕਮੇਟੀ ਹੋ ਗਈ, ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ, ਸਤਿਕਾਰ ਕਮੇਟੀ ਹੋ ਗਈ, ਹੋਰ ਸਾਰੇ ਸੇਵਾਦਾਰ, ਸਤਿਕਾਰ ਕਮੇਟੀ ਭਗਤਾ ਭਾਈ ਕਾ ਤੇ ਹੋਰ ਵੀ ਬਹੁਤ ਸੇਵਾਦਾਰ ਆਉਂਦੇ ਨੇ, ਪਿੰਡ ਦੇ ਸੇਵਾਦਾਰ ਹੋ ਗਏ, ਬਾਹਰੋਂ ਸੇਵਾਦਾਰ ਹੋ ਗਏ, ਸਾਰੇ ਰਲ ਕੇ ਇਸ ਪਵਿੱਤਰ ਸਥਾਨ ਨੂੰ, ਆਪਣੇ ਪੁਰਖਿਆਂ ਦੀ ਨਿਸ਼ਾਨੀ ਨੂੰ ਸਾਂਭ ਰਹੇ ਨੇ। ਤੁਸੀਂ ਸ਼ਬਦ ਚੈਨਲ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੁਝ ਦੇਖੋ ਜੀ, ਅਸੀਂ ਸੰਗਤ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿੱਦਾਂ ਆਪਾਂ ਹਰ ਇੱਕ ਗੱਲ ਪਿੱਛੇ ਕੋਈ ਨਾ ਕੋਈ ਲੌਜਿਕ ਹੁੰਦਾ, ਤਾਂ ਹਰ ਇੱਕ ਗੱਲ ਨੂੰ ਮਜ਼ਾਕ ਦੇ ਵਿੱਚ ਲੈਣਾ ਜ਼ਰੂਰੀ ਨਹੀਂ ਹੁੰਦਾ। ਪਹਿਲਾਂ ਉਸ ਦੇ ਬਾਰੇ ਚੰਗੀ ਤਰ੍ਹਾਂ ਜਾਣੋ, ਫਿਰ ਉਸ ਦੇ ਬਾਰੇ ਕੋਈ ਗੱਲ ਕਰੋ। ਜੇ ਦੇਖੀਏ ਵੀ ਕਿਸੇ ਵੀ ਬੁੱਕ ਨੂੰ ਆਪਾਂ ਜਲਦ ਦੇਖ ਕੇ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਹਦੇ ਵਿੱਚ ਕੀ ਲਿਖਿਆ, ਠੀਕ ਹੈ। ਜਿੰਨਾ ਚਿਰ ਆਪਾਂ ਉਹਨੂੰ ਅੰਦਰ ਤੱਕ ਨਹੀਂ ਦੇਦੇ ਉਹਨਾਂ ਟਾਈਮ ਆਪਾਂ ਉਹਦੇ ਬਾਰੇ ਸਮਝ ਨਹੀਂ ਸਕਦੇ। ਬਾਕੀ ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਵੀ ਮੈਂ ਪਹਿਲਾਂ ਮੋਨਾ ਹੁੰਦਾ ਸੀ, ਮੈਂ ਵਾਹਿਗੁਰੂ ਜੀ ਤੋਂ ਇਹੀ ਪੁੱਛਿਆ, ਇਹੀ ਮਤਲਬ ਮੁਰਾਦ ਰੱਖਦਾ ਹੁੰਦਾ ਸੀ ਵੀ ਮੈਨੂੰ ਸਮੱਤ ਬਖਸ਼ੀ ਵਾਹਿਗੁਰੂ, ਤੇ ਅੱਜ ਮੈਂ ਤੁਹਾਡੇ ਸਾਹਮਣੇ, ਮੇਰਾ ਸਰੂਪ ਤੁਹਾਡੇ ਸਾਹਮਣੇ। ਕਿ ਇਦੋਂ ਪਹਿਲਾਂ ਮੈਂ 2 ਸਾਲ ਦੀ ਗੱਲ ਕਰੀਏ, ਇਦੋਂ ਪਹਿਲਾਂ ਤਾਂ ਮੈਂ ਇੱਕ ਮੋਨਾ ਹੁੰਦਾ ਸੀ ਤੇ ਮੈਂ ਬਿਲਕੁਲ ਰਾਹ ਤੋਂ ਭਟਕਿਆ ਹੋਇਆ ਸੀ, ਆਪਣੇ ਰਾਹ ਤੋਂ ਭਟਕਿਆ ਹੋਇਆ ਸੀ। ਪਰ ਜਿਸ ਦਿਨ ਦਾ ਮੈਂ ਇੱਥੇ ਆ ਕੇ ਸ਼ੀਸ਼ ਨਵਾਇਆ ਨਾ ਆਪਣਾ, ਤੇ ਮੈਂ ਬਹੁਤ ਜ਼ਿਆਦਾ ਮਤਲਬ ਲੋਕਾਂ ਵੱਲੋਂ ਇੱਜ਼ਤ ਮਿਲੀ ਹੈ ਤੇ ਬਹੁਤ ਜ਼ਿਆਦਾ ਆਪਣੇ ਆਪ ਦੇ ਵਿੱਚ ਚੇਂਜਸ ਦੇਖੇ ਆ। ਤੁਹਾਡਾ ਕਹਿਣਾ ਹੈ ਕਿ ਜਿੱਦਾਂ ਹੁਣ ਆਪਾਂ ਨੂੰ ਵਾਹਿਗੁਰੂ ਵੱਲ ਹੀ ਜਾਣਾ ਚਾਹੀਦਾ? ਹਾਂਜੀ, ਦੇਖੋ ਅੱਜ ਕੱਲ੍ਹ ਲੋਕ ਕਹਿ ਰਹੇ ਨੇ ਜੀ ਮਾਡਰਨ ਜ਼ਮਾਨਾ ਹੋ ਗਿਆ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੇ ਖਾਲਸੇ ਨੂੰ ਮਾਡਰਨ ਬਣਾਇਆ। 40 ਬੰਦਿਆਂ ਨੂੰ ਜੀਨ ਪਾ ਕੇ ਖੜਾ ਦਿਓ, ਪਰ ਇੱਕ ਇਕੱਲੇ ਖਾਲਸੇ ਨੂੰ ਚੰਗੀ ਤਰ੍ਹਾਂ ਸਜਾ ਕੇ ਖੜਾਓਗੇ ਨਾ ਤੇ ਸਭ ਨਾਲੋਂ ਵੱਧ ਸੋਹਣਾ ਲੱਗਣਾ। ਹਾਂਜੀ, ਇਹਨਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਭੂਤਾਂ ਵਾਲੇ ਖੂਹ ਦੇ, ਜੋ ਕਿ ਅੱਜ ਦੇ ਟਾਈਮ ਵਿੱਚ ਹਰ ਕੋਈ ਲੋਕ ਐਂ ਕਹਿੰਦੇ ਆ ਕਿ ਭੂਤਾਂ ਪ੍ਰੇਤ ਕੁਝ ਨਹੀਂ ਹੁੰਦੇ, ਠੀਕ ਹੈ। ਆਹ ਵੇਖ ਲਓ, ਤੁਹਾਨੂੰ ਅੱਜ ਦਰਸ਼ਨ ਕਰਵਾਏ ਹਨ। ਜੇ ਤੁਸੀਂ ਵੀ ਇਸ ਪਿੰਡ ਦੇ ਆਲੇ ਦੁਆਲੇ ਆਉਂਦੇ ਹੋ ਤਾਂ ਤੁਸੀਂ ਵੀ ਇਸ ਭੂਤਾਂ ਵਾਲੇ ਖੂਹ ਦੇ ਦਰਸ਼ਨ ਕਰਕੇ ਜਾਇਓ। ਅਤੇ ਇੰਨਾ ਸੋਹਣਾ ਪਿੰਡ ਹੈਗਾ ਤੇ ਨਾਲ ਹੀ ਆਸੇ-ਪਾਸੇ ਜਿਹੜੀ ਵੀ ਕੋਈ ਗਲੀ ਲੱਗਦੀ ਹੈ ਬਹੁਤ ਸੋਹਣੀ ਪੇਂਟਿੰਗ ਕੀਤੀ ਹੋਈ ਆ। ਤੇ ਇਸੇ ਦੇ ਨਾਲ ਅਸੀਂ ਲੈਂਦੇ ਹਾਂ ਅਲਵਿਦਾ। ਜੁੜੇ ਰਹੋ ਸ਼ਬਦ ਚੈਨਲ ਦੇ ਨਾਲ।
ਸਹਿਯੋਗੀ ਸਾਥੀ OP12। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।